ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਡਿਸਕਸ ਕਰਾਂਗੇ ਵਾਈਲਡ ਲਾਈਫ ਸੈਂਚੁਰੀਜ਼ ਇਨ ਪੰਜਾਬ। This topic is for revision for the upcoming Punjab PCS prelims paper. Also, ਜੇ ਤੁਸੀਂ ਬਾਕੀ ਟੌਪਿਕ ਸਾਡੇ ਨਾਲ ਰਿਵਾਈਜ਼ ਕਰਨਾ ਚਾਹੁੰਦੇ ਹੋ, you can actually join our rapid revision course, ਜਿਹਦੇ ਵਿੱਚ ਅਸੀਂ ਸਾਰੇ GS ਦੇ ਸਬਜੈਕਟਸ, ਪੰਜਾਬ GK, world history, political theory, everything we have covered, which is relevant for the prelims. Plus, ਤੁਹਾਨੂੰ 3 FLTs ਵੀ ਮਿਲ ਰਹੇ ਨੇ। So make the most of this course. It is a little intensive course, but these last months require intensity in case you want to clear. Now coming to the topic at hand, wildlife sanctuaries in Punjab. ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ ਇੰਡੀਆ ਦਾ ਸੈਕੰਡ ਲੋਐਸਟ ਫੋਰੈਸਟ ਕਵਰ ਹੈ। ਸੈਕੰਡ ਲੋਐਸਟ ਫੋਰੈਸਟ ਕਵਰ। ਸਭ ਤੋਂ ਘੱਟ ਹਰਿਆਣਾ ਸਟੇਟ ਦਾ, then you have Punjab which is second lowest, and then you have Rajasthan. So even Rajasthan ਦਾ forest cover is more than Punjab and Haryana. ਇਹ ਸਾਨੂੰ ਕਿਵੇਂ ਪਤਾ ਚੱਲਿਆ? This we got to know through the India State of Forest report of 2023, ਜੋ ਕਿ ਇੱਕ ਬਾਈਨੀਅਲ ਰਿਪੋਰਟ ਹੈ। ਬਾਈਨੀਅਲ ਰਿਪੋਰਟ ਦਾ ਮਤਲਬ ਹੈ ਹਰ 2 ਸਾਲਾਂ ਵਿੱਚ ਇੱਕ ਵਾਰ ਆਉਣ ਵਾਲੀ। ਲਾਸਟ 2023 ਵਿੱਚ ਆਈ ਸੀ, ਹੁਣ 2025 ਵਿੱਚ ਵੀ ਐਕਸਪੈਕਟਡ ਹੈ। ਉਸ ਤੋਂ ਪਹਿਲੇ 2021 ਵਿੱਚ। ਕੱਢਦਾ ਕੌਣ ਹੈ ਇਹ ਰਿਪੋਰਟ? Forest Survey of India, which is an autonomous body based out of Dehradun in Uttarakhand under the Ministry of Environment. ਉਸ ਦੇ ਹਿਸਾਬ ਨਾਲ ਪੰਜਾਬ ਦਾ ਸੈਕੰਡ ਲੋਐਸਟ ਫੋਰੈਸਟ ਕਵਰ ਹੈ। ਮਤਲਬ if we compare the whole state, ਪੂਰੀ ਸਟੇਟ ਦੇ ਏਰੀਆ ਦਾ ਸਿਰਫ 3.67% is under the forest cover. National average ਜੇ ਆਪਾਂ ਗੱਲ ਕਰੀਏ, that is 21%. This is the average. Target है 33% according to the National Forest Policy of 1988. So we don't have a lot of forest in Punjab. We don't have a lot of, you can say that is also one of the reasons that we don't have national parks in Punjab. ਤੁਹਾਨੂੰ ਪਤਾ ਹੈ Punjab is the only state in India with no national parks. UTs ਹੈ ਕੁਝ ਜਿਹਦੇ ਵਿੱਚ ਕੋਈ national park ਨਹੀਂ ਹੈ. There are UTs with no national park. But just one state with no national park is Punjab. ਕਿਉਂ? ਰੀਜ਼ਨ ਜੋ ਦਿੱਤਾ ਜਾਂਦਾ ਹੈ, ਐਕਸਟੈਂਸਿਵ ਐਗਰੀਕਲਚਰ ਹੈ, ਗ੍ਰੈਨਰੀ ਆਫ ਦ ਕੰਟਰੀ ਕਿਹਾ ਜਾਂਦਾ ਹੈ, ਐਂਡ ਮੋਸਟਲੀ ਜਿਹੜਾ ਲੈਂਡ ਹੈ ਉਹ ਪ੍ਰਾਈਵੇਟ ਜਾਂ ਕਮਿਊਨਿਟੀ ਹੈਲਡ ਹੈ। ਨੈਸ਼ਨਲ ਪਾਰਕਸ ਲਈ ਨਾ ਤੁਹਾਨੂੰ ਗਵਰਨਮੈਂਟ ਓਨਡ ਲੈਂਡ ਚਾਹੀਦਾ ਹੁੰਦਾ ਹੈ, ਕੰਟੀਨਿਊਅਸ ਫੋਰੈਸਟ ਚਾਹੀਦੇ ਹੁੰਦੇ ਨੇ, ਜੋ ਕਿ ਪੰਜਾਬ ਵਿੱਚ ਨਹੀਂ ਹੈ। ਰਾਈਟ, ਫੋਰੈਸਟ ਕਵਰ ਵਾਲਾ ਵੀ ਤੁਸੀਂ ਪੁਆਇੰਟ ਕਹਿ ਸਕਦੇ ਹੋ ਕਿ ਫੋਰੈਸਟ ਕਵਰ ਵੀ ਕਾਫੀ ਘੱਟ ਹੈ, ਸੈਕੰਡ ਲੋਐਸਟ ਹੈ ਕੰਟਰੀ ਵਿੱਚ। ਬਟ ਹਰਿਆਣਾ ਜਿਹਦਾ ਲੋਐਸਟ ਹੈ, ਉਹਦੇ ਵਿੱਚ ਵੀ 2 ਨੈਸ਼ਨਲ ਪਾਰਕਸ ਨੇ, ਕਾਲੇਸਰ ਐਂਡ ਸੁਲਤਾਨਪੁਰ। ਰਾਈਟ, ਸੋ ਹਰਿਆਣਾ ਵਿੱਚ ਵੀ 2 ਨੈਸ਼ਨਲ ਪਾਰਕਸ ਹੈ, ਲੋਐਸਟ ਫੋਰੈਸਟ ਕਵਰ। ਬਟ ਪੰਜਾਬ ਵਿੱਚ ਨਹੀਂ ਹੈ, ਕਿਉਂਕਿ ਨਾ ਪੰਜਾਬ ਵਿੱਚ ਕੀ ਹੈਗਾ ਕਿ ਕੰਟੀਗੁਅਸ ਫੋਰੈਸਟ ਏਰੀਆਜ਼ ਬਹੁਤ ਘੱਟ ਨੇ। ਤੁਹਾਨੂੰ ਨਾ ਬਹੁਤ ਵੱਡਾ ਏਰੀਆ ਚਾਹੀਦਾ ਹੁੰਦਾ ਟੂ ਡਿਕਲੇਅਰ ਐਜ਼ ਅ ਨੈਸ਼ਨਲ ਪਾਰਕ, ਉਹ ਬਹੁਤ ਘੱਟ ਹੈ। ਤੇ ਜਿੱਥੇ ਹੈਗਾ ਵੀ ਹੈ ਉਹ ਪ੍ਰਾਈਵੇਟਲੀ ਹੈਲਡ ਜਾਂ ਕਮਿਊਨਿਟੀ ਹੈਲਡ ਹੈ। ਨੈਸ਼ਨਲ ਪਾਰਕਸ ਲਈ ਸਾਨੂੰ ਗਵਰਨਮੈਂਟ ਓਨਡ ਚਾਹੀਦਾ ਹੁੰਦਾ। ਸੋ ਦੈਟ ਇਜ਼ ਵਾਈ ਪੰਜਾਬ ਇਜ਼ ਦੀ ਓਨਲੀ ਸਟੇਟ ਇਨ ਦ ਕੰਟਰੀ ਵਿਦ ਨੋ ਨੈਸ਼ਨਲ ਪਾਰਕਸ। ਇਹ ਚੀਜ਼ ਨੋਟ ਕਰਨ ਵਾਲੀ ਹੈ। ਬਟ ਹਾਂ, ਵਾਈਲਡ ਲਾਈਫ ਸੈਂਚੁਰੀਜ਼ ਦੀ ਗੱਲ ਕਰੀਏ ਤੇ ਪੰਜਾਬ ਵਿੱਚ 13 ਨੇ। ਹੁਣ ਨਾ ਵਾਈਲਡ ਲਾਈਫ ਸੈਂਚੁਰੀਜ਼ can be made on privately held or community held land. Example, Abohar Wildlife Sanctuary. Abohar Wildlife Sanctuary ਦੀ ਖਾਸੀਅਤ ਪਤਾ ਕੀ ਹੈ? It is on the land of Bishnois. Bishnois ਦੇ private land, Bishnois ਦੇ private villages ਤੇ ਉੱਤੇ ਹੈ Abohar Wildlife Sanctuary. So wildlife sanctuaries can be made on privately held or community held land, but not national parks. ਤੇ ਪੰਜਾਬ ਵਿੱਚ ਇੱਕ ਤਾਂ ਇਹ ਪ੍ਰੋਬਲਮ ਹੈ, ਪ੍ਰਾਈਵੇਟਲੀ ਹੈਲਡ ਐਂਡ ਕਮਿਊਨਿਟੀ ਹੈਲਡ ਲੈਂਡ ਬਹੁਤ ਜ਼ਿਆਦਾ ਹੈ, ਗਵਰਨਮੈਂਟ ਓਨਡ ਘੱਟ ਹੈ, ਕੰਟੀਨਿਊਅਸ ਲੈਂਡ ਬਹੁਤ ਘੱਟ ਹੈ, ਬਿਕੋਜ਼ ਐਗਰੀਕਲਚਰ ਬਹੁਤ ਇੰਟੈਂਸਿਵ ਹੈ। ਸੋ these are the reasons we have no national park in Punjab, but yes, wildlife sanctuaries 13 ਨੇ। Also, ਜੇ ਤੁਸੀਂ ਗੱਲ ਕਰੋ, wildlife sanctuaries are notified under Wildlife Protection Act of 1972.
ਜਿਹਦੇ ਅੰਦਰ ਨੈਸ਼ਨਲ ਪਾਰਕਸ ਵੀ ਨੋਟੀਫਾਈ ਕੀਤੇ ਜਾਂਦੇ ਨੇ, ਕਮਿਊਨਿਟੀ ਰਿਜ਼ਰਵਸ, ਕੰਜ਼ਰਵੇਸ਼ਨ ਰਿਜ਼ਰਵਸ ਵੀ ਨੋਟੀਫਾਈ ਕੀਤੇ ਜਾਂਦੇ ਨੇ। ਸੋ ਪੰਜਾਬ ਵਿੱਚ ਵੀ ਦੇ ਆਰ ਨੋਟੀਫਾਈਡ ਅੰਡਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆਫ 1972। ਬਟ ਨਾ ਕੁਝ ਵਾਈਲਡ ਲਾਈਫ ਸੈਂਚੁਰੀਜ਼ ਸੀਗੀਆਂ ਜਿਹੜੀਆਂ ਪੁਰਾਣੀਆਂ ਸੀਗੀਆਂ, ਜਿਹੜੀਆਂ 1952 ਵਿੱਚ ਹੀ ਨੋਟੀਫਾਈ ਹੋ ਗਿਆ ਸੀ, ਹੁਣ ਤੱਕ ਤਾਂ ਇਹ ਐਕਟ ਸੀਗਾ ਹੀ ਨਹੀਂ। ਸੋ ਵੀ ਹੈਵ ਡਿਫਰੈਂਟ ਰੂਲਸ ਜੋ ਉਸ ਤੋਂ ਪਹਿਲੇ ਆਪਰੇਟ ਕਰਦੇ ਸੀ, ਬਟ 1972 onwards ਸਾਰੀਆਂ ਵਾਈਲਡ ਲਾਈਫ ਸੈਂਚੁਰੀਜ਼ ਹੈਵ ਕਮ ਅੰਡਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆਫ 1972। ਸੋ ਇਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖਣਾ। ਸੋ 13 ਵਾਈਲਡ ਲਾਈਫ ਸੈਂਚੁਰੀਜ਼ ਨੇ ਪੰਜਾਬ ਵਿੱਚ, ਜਿਹਦੇ ਵਿੱਚੋਂ 7 ਆਉਂਦੀਆਂ ਨੇ ਬੀੜ ਏਰੀਆ ਵਿੱਚ। ਬੀੜ ਕੀ ਹੁੰਦੇ ਨੇ? ਨੋ ਬੀੜ ਆਰ ਦ ਫੋਰੈਸਟ, tropical dry deciduous forests and scrubs of Malwa region. So we have 7 beads or 7 wildlife sanctuaries in the Malwa region. 6 ਸਾਡੀਆਂ ਪਟਿਆਲਾ ਡਿਸਟ੍ਰਿਕਟ ਵਿੱਚ ਆਉਂਦੀਆਂ ਨੇ ਤੇ ਇੱਕ ਸਾਡੀ ਸੰਗਰੂਰ ਡਿਸਟ੍ਰਿਕਟ ਵਿੱਚ ਆਉਂਦੀ ਹੈ। ਸੋ 7 of these and the rest 6, total 13 wildlife sanctuaries in Punjab। ਇੰਨਾ ਕਲੀਅਰ ਹੋ ਗਿਆ? ਹੁਣ ਅਸੀਂ ਅੱਗੇ ਵਧਦੇ ਹਾਂ। ਸੋ ਦਿਸ ਇਜ਼ ਦ ਮੈਪ। ਇੱਕ ਇੱਕ ਵਾਈਲਡ ਲਾਈਫ ਸੈਂਚੁਰੀ ਕਰਦੇ ਆ, ਫਿਰ ਵਿਲ ਵਿਜ਼ਿਟ ਇਟ। ਸਭ ਤੋਂ ਪਹਿਲੇ ਅਸੀਂ ਸ਼ੁਰੂਆਤ ਕਰਾਂਗੇ ਅਬੋਹਰ ਵਾਈਲਡ ਲਾਈਫ ਸੈਂਚੁਰੀ ਤੋਂ। ਨਾ ਦਿਸ ਇਜ਼ ਅਬੋਹਰ, ਹੈ ਨਾ? ਅਬੋਹਰ ਕਿਹੜੀ ਡਿਸਟ੍ਰਿਕਟ ਹੈ? ਫਾਜ਼ਿਲਕਾ, ਠੀਕ ਹੈ, ਫਾਜ਼ਿਲਕਾ, ਨੀਅਰ ਦ ਬਾਰਡਰ ਆਫ ਰਾਜਸਥਾਨ ਐਂਡ ਹਰਿਆਣਾ, ਠੀਕ ਹੈ। ਇਹ ਵੀ ਚੀਜ਼ ਤੁਸੀਂ ਨਾ ਨੋਟ ਕਰੋ ਦੈਟ ਇਟ ਇਜ਼ ਵੈਰੀ ਨੀਅਰ ਟੂ ਰਾਜਸਥਾਨ ਐਂਡ ਹਰਿਆਣਾ, ਠੀਕ ਹੈ। ਰਾਜਸਥਾਨ ਐਂਡ ਹਰਿਆਣਾ ਦੋਨਾਂ ਦੇ ਨੇੜੇ ਹੈ, ਫਾਜ਼ਿਲਕਾ ਡਿਸਟ੍ਰਿਕਟ ਵਿੱਚ ਇਹ ਪੈਂਦਾ ਹੈ। ਸੋ ਇਫ ਵੀ ਮਾਰਕ, this is your Pakistan, this is your Rajasthan, this is your Haryana and this is your Himachal, right? So Rajasthan and Haryana ਦੋਨਾਂ ਦੇ ਨੇੜੇ ਹੈ ਅਬੋਹਰ ਵਾਈਲਡ ਲਾਈਫ ਸੈਂਚੁਰੀ ਫਾਜ਼ਿਲਕਾ ਡਿਸਟ੍ਰਿਕਟ ਵਿੱਚ। ਅਬੋਹਰ ਵਿੱਚ ਨਾ ਦੋ ਖਾਸੀਅਤ ਨੇ। ਪਹਿਲੀ, ਇਟ ਇਜ਼ ਦ ਲਾਰਜੈਸਟ ਵਾਈਲਡ ਲਾਈਫ ਸੈਂਚੁਰੀ ਆਫ ਪੰਜਾਬ। ਜੇ ਤੁਹਾਨੂੰ ਕੋਈ ਪੁੱਛੇ ਨਾ ਪੰਜਾਬ ਦੀ ਲਾਰਜੈਸਟ ਵਾਈਲਡ ਲਾਈਫ ਸੈਂਚੁਰੀ ਕਿਹੜੀ ਹੈ? ਅਬੋਹਰ। ਦੂਜੀ ਖਾਸੀਅਤ, it is on private land owned by the Bishnois. Bishnois ਇਸ land ਨੂੰ own ਕਰਦੇ ਨੇ। The land was privately held by the Bishnois और community hold ਕਰਦੀ ਹੈ, ਇਸ Bishnoi community hold ਕਰਦੀ ਹੈ ਇਸ land ਦੀ ownership ਨੂੰ। and ਇਹਦੇ ਤੇ ਬਣੀ ਹੈ ਅਬੋਹਰ wildlife sanctuary. It is managed by the local Bishnoi community. ਹੁਣ ਨਾ ਜੇ ਤੁਸੀਂ ਅਬੋਹਰ ਦੀ ਗੱਲ ਕਰੋ, ਅਬੋਹਰ ਵਾਈਲਡ ਲਾਈਫ ਸੈਂਚੁਰੀ ਵਿੱਚ ਸਾਡੇ ਕੋਲ ਨਾ ਦੋ ਐਨੀਮਲਸ ਆ ਵਿਚ ਆਰ ਵੈਰੀ ਵੈਰੀ ਇੰਪੋਰਟੈਂਟ। ਜੇ ਤੁਸੀਂ ਬਿਸ਼ਨੋਈਜ਼ ਨੂੰ ਜਾਣਦੇ ਹੋ, ਬਿਸ਼ਨੋਈਜ਼ ਦੀ ਹਿਸਟਰੀ ਬਾਰੇ ਪਤਾ ਹੈ, ਸਲਮਾਨ ਖਾਨ ਦੇ ਸ਼ੂਟਿੰਗ ਬਾਰੇ ਪਤਾ ਹੈ, ਸਲਮਾਨ ਖਾਨ ਸ਼ॉट ਅ ਬਲੈਕ ਬਕ, ਹੈ ਨਾ, ਮਤਲਬ ਅਪੈਰੈਂਟਲੀ, ਅਲੈਜਡਲੀ, ਵੀ ਡੋਂਟ ਨੋ ਫॉर श्योर, ਕੇਸ ਚੱਲ ਰਿਹਾ ਹੈ। ਸੋ ਵੀ ਨੋ Lawrence Bishnoi is after Salman Khan's life because he thinks that he killed the black buck. Now black buck is considered very sacred by the local Bishnoi community. ਉਹਨਾਂ ਨੂੰ ਆਪਣੇ ਗੁਰੂ ਦੀ ਇਨਕਾਰਨੇਸ਼ਨ ਲੱਗਦੀ ਹੈ ਬਲੈਕ ਬਕਸ ਵਿੱਚ, ਹੈ ਨਾ। ਸੋ ਬਲੈਕ ਬਕਸ ਇੱਥੇ ਮਿਲਦੇ ਨੇ, ਬਿਸ਼ਨੋਈਜ਼ ਜਿਹਨੂੰ ਕੰਟਰੋਲ ਕਰ ਰਹੇ ਨੇ, ਸੋ ਦੈਟ ਮੀਨਸ ਬਲੈਕ ਬਕਸ ਇੱਥੇ ਮਿਲਣਗੇ। ਬਲੈਕ ਬਕ is also the state animal of Punjab, state animal of Haryana, state animal of Andhra Pradesh। 3 states ਦਾ black buck state animal ਹੈ। ਇਹਨੂੰ you have to understand the IUCN status is least concern. The numbers are not very less. IUCN status is least concern, but it is a state animal of Punjab, Haryana and Andhra Pradesh, and it is considered sacred by the Bishnoi community. So when I say that black buck ਇੱਥੇ ਮਿਲਦਾ ਹੈ, Bishnoi community ਇੱਥੇ ਹੈਗੀ ਹੈ, and the land is was privately held by the Bishnoi community, ਉਹੀ ਇਹਨੂੰ manage ਕਰਦੇ ਨੇ, so you can actually relate। ਭੁੱਲੇਗਾ ਤਾਂ ਨਹੀਂ। ਉਸ ਤੋਂ ਬਾਅਦ ਬਲੂ ਬੁੱਲ, ਜਿਹਨੂੰ ਅਸੀਂ ਨੀਲ ਗਾਏ ਕਹਿੰਦੇ ਆ, ਉਹ ਵੀ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਮਿਲਦਾ ਹੈ, ਲੀਸਟ ਕੰਸਰਨ ਹੈ ਉਹਦਾ ਵੀ IUCN ਸਟੇਟਸ। ਇਨਫੈਕਟ ਕੁਝ ਸਟੇਟਸ ਵਿੱਚ ਤੁਹਾਨੂੰ ਵਰਮਿਨ ਵੀ ਡਿਕਲੇਅਰ ਕੀਤਾ ਗਿਆ ਹੈ ਬਲੂ ਬੁੱਲ ਨੂੰ ਜਾਂ ਨੀਲ ਗਾਏ ਨੂੰ। ਉਸ ਤੋਂ ਇਲਾਵਾ ਨਾ ਬੋਰਸ ਹੋ ਗਏ, ਜਕਾਲਸ ਹੋ ਗਏ, ਹੇਅਰ ਹੋ ਗਿਆ, ਐਵੇਂ ਦੇ ਐਨੀਮਲਸ ਪੰਜਾਬ ਵਿੱਚ ਅਕ੍ਰੋਸ ਮਿਲਦੇ ਨੇ, ਰਾਈਟ। ਸੋ ਦੈਟ ਇਜ਼ ਯੋਰ ਅਬੋਹਰ ਵਾਈਲਡ ਲਾਈਫ ਸੈਂਚੁਰੀ, ਅਗੇਨ ਫਾਜ਼ਿਲਕਾ ਡਿਸਟ੍ਰਿਕਟ, very close to Punjab and Haryana border. Next we move to Harike. When Harike is also a Ramsar site.
ਕਿੰਨੀਆਂ ਰਾਮਸਰ ਸਾਈਟਸ ਨੇ ਪੰਜਾਬ ਵਿੱਚ? We have 6 ਰਾਮਸਰ ਸਾਈਟਸ in ਪੰਜਾਬ, ਜਿਹਦੇ ਵਿੱਚੋਂ ਇੱਕ ਹਰੀਕੇ ਹੈ। ਪੰਜਾਬ has the 3rd highest ਰਾਮਸਰ ਸਾਈਟਸ in the country। नेशनल पार्क्स नहीं है बट रामसर साइट्स 3rd हाईएस्ट है। सब तो ज़्यादा रामसर साइट्स तमिलनाडु विच ने 20, दूजे नंबर ते यूपी 10, तीजे नंबर ते 6 रामसर साइट्स तुहानू पंजाब विच मिलदियां ने, 6 रामसर साइट्स तुहानू ओडिशा विच मिलदियां ने एंड 6 रामसर साइट्स बिहार विच मिलदियां ने, क्योंकि हुण टोटल रामसर साइट्स 94 हो गया ने ते 6 रामसर साइट इन बिहार वाज एडेड रीसेंटली। सो पंजाब, बिहार एंड ओडिशा विच की कॉमन है 6 रामसर साइट्स ईच, 3rd हाईएस्ट इन द country। So Harike is the largest wetland in the northern India। Man-made wetland है ये, Harike Barrage man-made wetland है, formed at the confluence of Beas and Satluj river। Now it straddles the border of 3 districts, Firozpur, Kapurthala and Taran-Taran। ठीक है, आई थिंक ये सारिਆਂ ਨੂੰ ਪਤਾ ਹੀ ਹੋਏਗਾ। ਜੇ ਤੁਸੀਂ ਹਰੀਕੇ ਵਾਈਲਡ ਲਾਈਫ ਸੈਂਚੁਰੀ ਦੀ ਗੱਲ ਕਰਦੇ ਹੋ, ਸੋ ਵੀ ਹੈਵ 3 ਡਿਸਟ੍ਰਿਕਟਸ ਇਨਵੋਲਵਡ, ਤਰਨ ਤਾਰਨ, ਕਪੂਰਥਲਾ ਐਂਡ योर ਫਿਰੋਜ਼ਪੁਰ। ਰਾਮਸਰ ਸਾਈਟ ਹੈ, ਮਾਈਗ੍ਰੇਟਰੀ ਬਰਡਸ ਇੱਥੇ ਬਹੁਤ ਜ਼ਿਆਦਾ ਮਿਲਦੀਆਂ ਨੇ, ਆਉਂਦੀਆਂ ਨੇ ਹਰੀਕੇ ਵਾਈਲਡ ਲਾਈਫ ਸੈਂਚੁਰੀ ਵਿੱਚ। ਐਂਡ ਯੂ ਨੋ ਇਟ ਇਜ਼ ਆਲਸੋ ਨੋਨ ਫॉर 2 very important species, Indus River dolphin, which is also the state aquatic mammal of Punjab, and smooth coated otter। Otter are freshwater species, है ना। Indus River dolphin या सारियां dolphins, ठीक है, Gangetic River dolphin, Indus River dolphin, Irrawaddy dolphin, इन्हां तिन्नां दा जिहड़ा IUCN status है ना, that is endangered। ठीक है, smooth coated otter दा is vulnerable। और ये दोनों तुहानू हरीके वाइल्ड लाइफ सैंचुरी विच मिलते हैं, अलॉन्ग विद द अदर फिश, एम्फीबियंस एंड माइग्रेटरी एंड रेजिडेंट बर्ड्स। ठीक है, सो आई होप इतना क्लियर हो गया। हरीके इज स्प्रेड अक्रॉस 3 डिस्ट्रिक्ट्स एंड अबोहर इज इन फाजिल्का। अबोहर इज नोन फॉर ब्लैक बक एंड ब्लू बुल और नीलगाय, हरीके इंडस रिवर डॉल्फिन एंड स्मूथ कोटेड ऑटर। नेक्स्ट, रूपनगर डिस्ट्रिक्ट और रोपड़ डिस्ट्रिक्ट, नंगल वाइल्ड लाइफ सैंचुरी, ऑल्सो अ रामसर साइट, ऑल्सो अ रामसर साइट। ਇਹ ਵੀ ਮਾਈਗ੍ਰੇਟਰੀ ਬਰਡਸ ਇੱਥੇ ਨਾ ਤੁਹਾਨੂੰ ਬਹੁਤ ਮਿਲਦੀਆਂ ਨੇ, ਬਹੁਤ ਜ਼ਿਆਦਾ ਮਿਲਦੀਆਂ ਨੇ ਮਾਈਗ੍ਰੇਟਰੀ ਬਰਡਸ, ਐਂਡ ਇਟ ਇਜ਼ ਅ ਹਿਊਮਨ ਮੇਡ ਰਿਜ਼ਰਵਾਇਰ, ਮੈਨ ਮੇਡ ਰਿਜ਼ਰਵਾਇਰ, ਵਿਚ ਇਜ਼ ਆਲਸੋ ਰਾਮਸਰ ਸਾਈਟ, ਵਿਚ ਇਜ਼ ਆਲਸੋ ਵਾਈਲਡ ਲਾਈਫ ਸੈਂਚੁਰੀ। ਹੁਣ ਇਹ ਪਤਾ ਕਿਉਂ ਇੰਪੋਰਟੈਂਟ ਹੈ, ਹਿਸਟਰੀ ਵੀ ਅਟੈਚਡ ਹੈ। Indian Prime Minister and Chinese Premier, they formalized 5 principles of peaceful coexistence in 1954 here at Nangal Wildlife Sanctuary. So that is why it's important, right? Then Roopnagar district which ही ना Nangal ਦੇ आसपास, it है ना Nangal Wildlife Sanctuary ਦੇ आसपास we have Chajjar Bacholi Wildlife Sanctuary। It is between the villages Chajjar and Bacholi at the foothills of Shivalik Range, right? And Nangal wetland da a buffer भी है, it is an important buffer for Nangal wetlands। Chajjar Bacholi Wildlife Sanctuary रूपनगर विच है, रूपनगर district विच है, like Nangal Wildlife Sanctuary, and it is considered to be an important buffer for the Nangal wetland। ਵਿਲੇजेस ਦੇ ਨਾਮ ਤੇ ਉੱਪਰ ਹੈਗਾ ਜੱਜਰ ਬਚੌਲੀ ਆਰ ਦ 2 ਵਿਲੇजेस। ਹੁਣ ਨਾ ਇਟ ਐਕਟਸ ਐਜ਼ ਅ ਵਾਈਲਡ ਲਾਈਫ ਕੋਰੀਡੋਰ ਕਨੈਕਟਿੰਗ ਪੰਜਾਬ ਐਂਡ ਹਿਮਾਚਲ, ਕਿਉਂਕਿ ਜੇ ਤੁਸੀਂ ਰੂਪਨਗਰ ਡਿਸਟ੍ਰਿਕਟ ਦੀ ਦੇਖੋ ਨਾ, ਇੱਥੇ ਮੈਪ ਵਿੱਚ ਇਹ ਨਹੀਂ ਹੈਗੀ, ਜੱਜਰ ਬਚੌਲੀ ਇਜ਼ ਨਾਟ ਮਾਰਕਡ ਔਨ ਦ ਮੈਪ, ਬਟ ਦਿਸ ਇਜ਼ योर ਹਿਮਾਚਲ। So these Nangal, Chajjar, Bacholi, they all act as a link between Punjab and Himachal Pradesh। ठीक है, फॉरेस्ट कवर कंटिन्यूअस है, बायोडाइवर्सिटी भी सिमिलर है, राइट। सो दैट इज देयर। ठीक है, जज्जर बचौली इज क्लियर। ਤੁਹਾਨੂੰ बस हाँ इतने इंडियन पैंगोलिन मिलती है। इंडियन पैंगोलिन इज अ स्केली मैमल। व्हाट इज अ स्केली मैमल? स्केल्स दे नाल कवर्ड है पूरी बॉडी। स्केल्स आर मेड अप ऑफ कैरेटिन। इन फैक्ट ਜਿਹੜਾ ਇਹ ਮੈਮਲ ਹੈ ਇੰਡੀਅਨ ਪੈਂਗੋਲਿਨ, ਇਹਦੀ ਨਾ ਪੋਚਿੰਗ ਬਹੁਤ ਜ਼ਿਆਦਾ ਹੁੰਦੀ ਹੈ, ਇਹਦੀ ਸਮਗਲਿੰਗ ਬਹੁਤ ਜ਼ਿਆਦਾ ਹੁੰਦੀ ਹੈ। ਇਟ ਇਜ਼ ਦ ਮੋਸਟ ਟ੍ਰੈਫਿਕਡ ਮੈਮਲ।
ठीक है। एंड इंडिया विच ना इंडियन पैंगोलिन भी मिलता है, चाइनीज पैंगोलिन भी मिलता है। इंडियन पैंगोलिन अक्रॉस इंडिया मिलता है, चाइनीज पैंगोलिन ਤੁਹਾਨੂੰ ਨਾਰਥ ਈਸਟਰਨ ਪਾਰਟ ਆਫ ਦ ਕੰਟਰੀ ਵਿਚ ਇਜ਼ ਨੀਅਰਰ ਟੂ ਚਾਈਨਾ, ਉੱਥੇ ਮਿਲਦਾ ਹੈ, ਯਾਦ ਕਰ ਸਕਦੇ ਹੋ। ਇੰਡੀਅਨ ਪੈਂਗੋਲਿਨ ਦਾ IUCN ਸਟੇਟਸ ਇਜ਼ ਇੰਡੇਂਜਰਡ, ਚਾਈਨੀਜ਼ ਪੈਂਗੋਲਿਨ ਦਾ C ਤੋਂ C ਯਾਦ ਕਰ ਸਕਦੇ ਹੋ, ਇਟ ਇਜ਼ ਕ੍ਰਿਟੀਕਲੀ ਇੰਡੇਂਜਰਡ। ਠੀਕ ਹੈ, ਸੋ ਪੰਜਾਬ ਵਿੱਚ ਇੰਡੀਅਨ ਪੈਂਗੋਲਿਨ, ਸੋ ਦ IUCN ਸਟੇਟਸ ਇਜ਼ ਇੰਡੇਂਜਰਡ। ਇੱਥੇ ਬਰਡਸ ਵੀ ਬਹੁਤ ਮਿਲਦੀਆਂ ਨੇ, ਬਰਡ ਵਾਚਿੰਗ ਬਹੁਤ ਹੁੰਦੀ ਹੈ। ਇਨ ਪੋਰਕਿਊਪਾਈਨਸ ਲੀਸਟ ਕੰਸਰਨ, ਨਾਟ ਦੈਟ ਇੰਪੋਰਟੈਂਟ। ਰੋਡੈਂਟਸ ਹੁੰਦੇ ਨੇ ਪੋਰਕਿਊਪਾਈਨਸ, ਕਾਫੀ ਮਿਲਦੇ ਨੇ ਇੰਡੀਆ ਵਿੱਚ, ਰਾਈਟ। then next is कथलौर कुशलियां वाइल्ड लाइफ सैंचुरी, हुणे ऊपर है, ठीक है, पठानकोट विच है, along the रावी रिवर between कथलौर and कुशलियां villages in पठानकोट। जे तुसी मैप ते देखोगे ना, it is here पठानकोट, ठीक है। उस तो बाद ना रावी रिवर है ना, ऑब्वियसली इत्थे। तो another thing that you have to take note of is that this Kathlor Kushliya has a lot of deer population, barking deer, IUCN status least concern. Sambar deer is vulnerable. In fact, we have swamp deer ਜਿਹਨੂੰ ਆਪਾਂ ਬਾਰਾਸਿੰਗਾ ਵੀ ਕਹਿੰਦੇ ਆ, that is also vulnerable। ਤੇ SS ਤੁਸੀਂ ਯਾਦ ਕਰ ਸਕਦੇ ਹੋ, ਸਾਂਬਰ and swamp both are vulnerable। Sangai state animal of Manipur, that is endangered, but sambar and swamp, both of them are vulnerable। Barking deer is least concern, wild boar is also least concern। deers ਤੁਹਾਨੂੰ ਇੱਥੇ ਕਥਲੌਰ ਕੁਸ਼ਲੀਆਂ ਵਿੱਚ ਬਹੁਤ ਜ਼ਿਆਦਾ ਮਿਲਦੇ ਨੇ, right, but ਪਠਾਨਕੋਟ। then ਤਖਨੀ ਰਹਿਮਾਪੁਰ, ठीक है, तखनी रहमापुर is in होशियारपुर district। now this is one of the wildlife sanctuaries of होशियारपुर district, ठीक है। होशियारपुर district ਵਿੱਚ ਜੇ ਤੁਸੀਂ ਦੇਖੋਗੇ ਤੇ ਤੁਹਾਨੂੰ तखनी रहमपुर ही मिलेगी, ठीक है, बाकी खास कोई है नहीं इत्थे। सो दिस इज इन होशियारपुर एंड इट इज नोन फॉर द प्रेजेंस ऑफ लेपर्ड्स। इंडिया विच तुहानू नॉर्मली लेपर्ड्स मिलते हैं, IUCN स्टेटस वनरेबल है। स्नो लेपर्ड्स हिमाचल उत्तराखंड विच मिलते हैं, लद्दाख विच मिलते हैं, IUCN स्टेटस इज वनरेबल। क्लाउडेड लेपर्ड नॉर्थ ईस्ट विच मिलते हैं, IUCN स्टेटस इज वनरेबल। सारे लेपर्ड्स IUCN स्टेटस इज वनरेबल। तखनी रहमापुर इन होशियारपुर डिस्ट्रिक्ट, ठीक है, एक क्लियर है सारिਆਂ ਨੂੰ, राइट। सो वी हैव डिस्कस्ड अबोहर, ठीक है, एक बार मैं ਤੁਹਾਨੂੰ दोबारा तो रिवाइज करा ਦਿੰਦੀ ਆ। सो अबोहर, हरीके, कथलौर कुशलियां which are known for the deers, sambar deer, barking deer, तखनी रहमपुर for the leopards, and you have Nangal which actually forms a link between the Himachal। ਹੁਣ ਜਿਹੜੀਆਂ ਇਹ ਨੇ ਨਾ, बीर एशवान that is in संगरूर district, and बाकी दोसांझ, भड़सो, मोतीबाग in पटियाला district। so total 7 beads ने ਸਾਡੇ ਕੋਲ, right। so bead are actually dry deciduous tropical forests। ਮਾਲਵਾ ਰੀਜਨ ਵਿੱਚ ਮਿਲਦੇ ਨੇ ਪੰਜਾਬ ਵਿੱਚ, ਮੈਕਸਿਮਮ ਵਾਈਲਡ ਲਾਈਫ ਸੈਂਚੁਰੀਜ਼ ਇਹਦੇ ਹੀ ਰੀਜਨ ਵਿੱਚ ਨੇ। ਹੁਣ ਨਾ ਬੀੜ ਦੀ ਜੇ ਆਪਾਂ ਗੱਲ ਕਰੀਏ, ਟੋਟਲ 7 ਵਾਈਲਡ ਲਾਈਫ ਸੈਂਚੁਰੀਜ਼ ਨੇ, ਜਿਹਦੇ ਵਿੱਚ 6 ਪਟਿਆਲਾ ਡਿਸਟ੍ਰਿਕਟ ਵਿੱਚ ਨੇ ਤੇ ਇੱਕ ਐਸ਼ਵਾਨ ਸੰਗਰੂਰ ਡਿਸਟ੍ਰਿਕਟ ਵਿੱਚ ਹੈ। ਜੇ ਤੁਹਾਨੂੰ ਨਾ ਕੋਈ ਇਹ ਪੁੱਛ ਲੇ ਕਿ ਸਭ ਤੋਂ ਜ਼ਿਆਦਾ ਵਾਈਲਡ ਲਾਈਫ ਸੈਂਚੁਰੀਜ਼ ਕਿਹੜੀ ਡਿਸਟ੍ਰਿਕਟ ਵਿੱਚ ਨੇ ਪੰਜਾਬ ਵਿੱਚ, ਸੋ ਯੂ ਹੈਵ ਦੀ ਆਂਸਰ ਇਨ ਟਰਮਸ ਆਫ ਪਟਿਆਲਾ ਡਿਸਟ੍ਰਿਕਟ, ਰਾਈਟ। ਲਾਰਜੈਸਟ ਕਿਹੜੀ ਹੈ, ਵੀ ਨੋ ਅਬੋਹਰ, ਸਮੋਲੈਸਟ ਹੁਣੇ ਅਸੀਂ ਦੇਖਾਂਗੇ। ਹੁਣ ਜਦ ਅਸੀਂ ਇਸ ਏਰੀਆ ਦੀ ਗੱਲ ਕਰਦੇ ਹਾਂ ਨਾ, ਓਵਰਆਲ ਵੈਜੀਟੇਸ਼ਨ ਆਪਾਂ ਡਿਸਕਸ ਕਰ ਲਈ, ਟ੍ਰੋਪੀਕਲ ਡਰਾਈ ਡੈਸੀਡੂਅਸ ਫੋਰੈਸਟ। ਸਪੀਸ਼ੀਜ਼ ਜਿਹੜੀਆਂ ਇੱਥੇ ਮਿਲਦੀਆਂ ਨੇ, ਯੂ ਹੈਵ ਸ਼ੀਸ਼ਮ, ਦਲਬਰਜੀਆ ਸੀਸੋ, ਇੰਡੀਅਨ ਰੋਜ਼ਵੁੱਡ, ਸਟੇਟ ਟਰੀ ਆਫ ਪੰਜਾਬ ਇੱਥੇ ਤੁਹਾਨੂੰ ਮਿਲਦਾ ਹੈ, ਅਕੇਸ਼ੀਆ ਕਿੱਕੜ, ਠੀਕ ਹੈ, ਐਂਡ ਯੂ ਹੈਵ ਟਕ, ਬੂਟੀਆ ਮੋਨੋਸਪਰਮਾ। ਤਿੰਨੋਂ ਹੀ ਡਰਾਈ ਡੈਸੀਡੂਅਸ ਜਾਂ ਡੈਸੀਡੂਅਸ ਟਰੀਜ਼ ਨੇ, ਤਿੰਨੋਂ ਹੀ ਇਸ ਏਰੀਆ ਵਿੱਚ ਬਹੁਤ ਜ਼ਿਆਦਾ ਅਬੰਡੈਂਟਲੀ ਮਿਲਦੀਆਂ ਨੇ। ਦਲਬਰਜੀਆ ਸੀਸੋ ਔਰ ਸ਼ੀਸ਼ਮ ਇਜ਼ ਦ ਸਟੇਟ ਟਰੀ ਆਫ ਪੰਜਾਬ ਐਂਡ ਤਿੰਨੋਂ ਹੀ ਲੀਸਟ ਕੰਸਰਨ ਨੇ। ਔਰ ਇੱਥੇ ਜੇ ਆਪਾਂ ਫੌਨਾ ਦੀ ਗੱਲ ਕਰੀਏ, ਐਨੀਮਲਸ ਦੀ ਗੱਲ ਕਰੀਏ, ਗੈਟ ਬਲੈਕ ਬਕ, ਸਟੇਟ ਐਨੀਮਲ ਆਫ ਪੰਜਾਬ, ਲੀਸਟ ਕੰਸਰਨ। ਬਲੂ ਬੁਲ, ਨੀਲਗਾय, least concern again. Then you have peacock or peafowl, hare, least concern.
right? So total 7 sanctuaries ne is Beed group ਵਿੱਚ. Most of them were notified prior to 1972 Act. So ਇਹ rules ਦੇ ਤਹਿਤ notify ਕੀਤੀਆਂ ਗਈਆਂ ਸੀ, but now all of them come under the Wildlife Protection Act of 1972. Now ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਪੀਰ ਭੜਸੋਂ ਪਟਿਆਲਾ. ਸਾਰਿਆਂ ਨੂੰ ਪਤਾ ਪਟਿਆਲਾ ਡਿਸਟ੍ਰਿਕਟ ਹੈ, ਡਰਾਈ ਡੈਸੀਡੂਅਸ ਫੋਰੈਸਟ ਨੇ, ਟ੍ਰੋਪੀਕਲ ਡਰਾਈ ਡੈਸੀਡੂਅਸ ਫੋਰੈਸਟ, ਤੇ ਉਹਦੇ ਨਾਲ ਗ੍ਰਾਸਲੈਂਡ ਸਕ੍ਰਬਲੈਂਡਸ ਵੀ ਆ ਜਾਂਦੇ ਨੇ. ਪਲਾਂਟ ਦੀਆਂ ਸਪੀਸ਼ੀਜ਼ ਵੀ ਤੁਹਾਨੂੰ ਮੈਂ ਦੱਸਦੀਆਂ, ਐਨੀਮਲ ਦੀਆਂ ਸਪੀਸ਼ੀਜ਼ ਵੀ ਮੈਂ ਤੁਹਾਨੂੰ ਦੱਸਦੀਆਂ. ਹੁਣ ਤੁਸੀਂ ਬਸ ਨਾਮ ਯਾਦ ਕਰਨੇ, ਤੇ ਉਹਦਾ ਵੀ ਨਾ ਇੱਕ ਤਰੀਕਾ ਹੈ. ਤੁਸੀਂ ਨਾ ਯਾਦ ਕਰੋ MBD, MBD ਦੀ ਆਪਾਂ ਕਿਤਾਬਾਂ ਪੜ੍ਹਦੇ ਸੀ ਨਾ, ਗਾਈਡਸ ਪੜ੍ਹਦੇ ਸੀਗੇ, ਉਹਦੇ ਨਾਲ ਯਾਦ ਕਰ ਲਓ. M ਤੋਂ 2 ਹੈ, ਮੋਤੀ ਬਾਗ ਐਂਡ ਮਹਿਸ ਵਾਲਾ, ਠੀਕ ਹੈ. B ਤੋਂ ਵੀ 2 ਹੈ, ਬੜਸੋ ਐਂਡ ਬੁਨੇਰਹੜੀ. D ਤੋਂ ਹੈ ਦੋਸਾਂਝ, ਤੇ G ਤੋਂ ਹੈ ਗੁਰਦਿਆਲਪੁਰਾ. ਇੱਕ ਐਸ਼ਵਾਨ ਹੈ ਜਿਹੜੀ ਕਿ ਸੰਗਰੂਰ ਵਿੱਚ ਹੈ. MBDG, M2B2DG. ਕੋਈ ਹੋਰ ਤੁਹਾਡਾ ਕੋਡ ਹੈ ਤੇ ਉਹ ਤੁਸੀਂ ਯਾਦ ਕਰ ਸਕਦੇ ਹੋ. ਹੁਣ ਇਹਨਾਂ ਏਰੀਆਜ਼ ਵਿੱਚ ਨਾ ਪੋਪੂਲੇਸ਼ਨ ਵੱਧ ਰਹੀ ਹੈ, ਅਰਬਨਾਈਜੇਸ਼ਨ ਵੱਧ ਰਹੀ ਹੈ, ਤੇ ਉਹਦੇ ਕਰਕੇ ਨਾ ਇਹ ਏਰੀਆਜ਼ ਹੋਰ ਛੋਟੇ ਹੁੰਦੇ ਜਾ ਰਹੇ ਨੇ, ਇਹਨਾਂ ਤੇ ਪ੍ਰੈਸ਼ਰ ਹੁੰਦਾ ਵੱਧਦਾ ਜਾ ਰਿਹਾ. ਸੋ ਦੈਟ ਯੂ ਹੈਵ ਟੂ ਟੇਕ ਨੋਟ ਆਫ, ਔਰ ਟਰੂ ਹੈ ਫॉर एवरीवन, every sanctuary. ਬੀਰ ਬੁਨੇਹੇੜੀ ਵੀ ਪਟਿਆਲਾ ਡਿਸਟ੍ਰਿਕਟ ਵਿੱਚ ਹੈ, one of the smaller sanctuaries. Then next ਹੈ ਬੀੜ ਦੋਸਾਂਝ. ਬੀੜ ਦੋਸਾਂਝ ਤੇ ਮਿਹਾਸ ਵਾਲਾ ਆਲਮੋਸਟ ਸਿਮਿਲਰ ਨੇ, ਠੀਕ ਹੈ. ਬੀੜ ਗੁਰਦਿਆਲਪੁਰਾ, again agricultural expansion, urbanization, encroachment is now everything is true for all of these. ਸਾਰੀਆਂ ਪਟਿਆਲਾ ਡਿਸਟ੍ਰਿਕਟ ਵਿੱਚ ਨੇ, ਸਾਰੀਆਂ ਟ੍ਰੋਪੀਕਲ ਡਰਾਈ ਡੈਸੀਡੂਅਸ ਫੋਰੈਸਟ ਵੈਜੀਟੇਸ਼ਨ ਹੈ. ਟਰੀਜ਼ ਆਲਮੋਸਟ ਸੇਮ ਨੇ ਸਾਰਿਆਂ ਵਿੱਚ, ਠੀਕ ਹੈ. ਐਨੀਮਲਸ ਆਲਮੋਸਟ ਸੇਮ ਨੇ ਸਾਰਿਆਂ ਵਿੱਚ. ਪ੍ਰੈਸ਼ਰਸ ਜਿਹੜੇ ਹੈਗੇ ਹੈ ਉਹ ਵੀ ਸੇਮ ਨੇ. ਹੈਬਿਟੈਟ ਡੀਗ੍ਰੇਡੇਸ਼ਨ ਹੋ ਰਿਹਾ ਹੈ, ਅਰਬਨਾਈਜੇਸ਼ਨ ਵੱਧ ਰਹੀ ਹੈ, ਐਗਰੀਕਲਚਰਲ ਐਕਸਪੈਂਸ਼ਨ ਹੋ ਰਹੀ ਹੈ. ਐਵਰੀਥਿੰਗ ਇਜ਼ ਸੇਮ, ਯੂ ਜਸਟ ਹੈਵ ਟੂ ਰਿਮੈਂਬਰ ਦ ਨੇਮਸ. ਦੈਨ ਬੀਰ ਮਿਹਾਸਵਾਲਾ ਵਿੱਚ ਇੱਕ ਹੋਰ ਖਾਸੀਅਤ ਹੈ, ਸਮੋਲੈਸਟ ਵਾਈਲਡ ਲਾਈਫ ਸੈਂਚੁਰੀ ਹੈ. ਸਮੋਲੈਸਟ ਵਾਈਲਡ ਲਾਈਫ ਸੈਂਚੁਰੀ. ਹੁਣ ਨਾ ਤੁਸੀਂ ਇੱਥੇ ਵੀ ਦੇਖੋਗੇ ਸ਼ੀਸ਼ਾ ਮਿਲਦਾ ਹੈ ਤੁਹਾਨੂੰ. ਸਪੋਟਡ ਡੀਅਰ, ਵਾਈਲਡ ਬੋਰ. ਸਪੋਟਡ ਡੀਅਰ ਇਜ਼ ਐਕਸਿਸ. ਸਭ ਤੋਂ ਕਾਮਨ ਡੀਅਰ ਇੰਡੀਆ ਦਾ ਹੈ ਸਪੋਟਡ ਡੀਅਰ, ਜਿਹਦੇ ਨਾ ਪਿੱਠ ਦੇ ਉੱਤੇ ਇੱਕ ਐਕਸਿਸ ਜਿਹਾ ਬਣਿਆ ਹੁੰਦਾ, ਇੱਕ ਲਾਈਨ ਬਣੀ ਹੁੰਦੀ ਹੈ, ਤੇ ਉਹਨੂੰ ਐਕਸਿਸ ਕਿਹਾ ਜਾਂਦਾ. ਇਹਨੂੰ ਚੀਤਲ ਵੀ ਕਿਹਾ ਜਾਂਦਾ. ਲੀਸਟ ਕੰਸਰਨ ਹੈ. ਇਹ ਵੀ ਤੁਹਾਨੂੰ ਪੰਜਾਬ ਵਿੱਚ ਮਿਲਦਾ ਹੈ ਸਪੋਟਡ ਡੀਅਰ, ਯੂ ਗੈਟ ਇਨ ਪੰਜਾਬ. ਦੈਨ ਮੀਰ ਮੋਤੀ ਬਾਗ. हाँ, एक और चीज याद कर लो कि स्मॉलेस्ट मिहास वाला, बिगेस्ट वाज योर अबोहर, स्मॉलेस्ट इज मिहास वाला. सब तो ज्यादा ਕਿਹੜੀਆਂ ਡਿਸਟ੍ਰਿਕਟ ਵਿੱਚ ਨੇ ਸਾਡੀਆਂ ਵਾਈਲਡ ਲਾਈਫ ਸੈਂਚੁਰੀਜ਼? ਪਟਿਆਲਾ. ਹੁਣ ਮੋਤੀ ਬਾਗ ਵੀ ਪਟਿਆਲਾ ਡਿਸਟ੍ਰਿਕਟ ਵਿੱਚ ਹੈ. ਮੋਤੀ ਬਾਗ ਦੀ ਇੱਕ ਖਾਸੀਅਤ ਜੋ ਤੁਸੀਂ ਯਾਦ ਕਰਨੀ ਹੈ, ਡੀਅਰ ਪਾਰਕ ਇਜ਼ ਸਿਚੁਏਟਡ ਇਨ ਦਿਸ ਸੈਂਚੁਰੀ ਏਰੀਆ. ਸੋ ਡੀਅਰਸ ਹੈਗੇ ਹੈ, ਅਕ੍ਰੋਸ ਡੀਅਰਸ ਆ ਦੇयर. ਬਲੈਕ ਬਕ ਇਜ਼ ਐਨ ਐਂਟੀਲੋਪ, ਠੀਕ ਹੈ. ਡੀਅਰ ਵਰਸਸ ਐਂਟੀਲੋਪ ਵਿੱਚ ਕੀ ਫਰਕ ਹੁੰਦਾ? ਦੋਨੋਂ ਹੀ ਤੁਹਾਨੂੰ ਪੰਜਾਬ ਵਿੱਚ ਮਿਲਦੇ. ਡੀਅਰ ਜਿਹੜਾ ਹੁੰਦਾ ਹੈ ਨਾ, ਉਹਦੇ ਜਿਹੜੇ ਐਂਟਲਰਸ ਹੁੰਦੇ ਨੇ, ਉਹਦੇ ਜਿਹੜੇ ਸਿੰਗ ਹੁੰਦੇ ਨੇ, ਉਹ ਸ਼ੈਡ ਹੁੰਦੇ ਨੇ ਮੇਲਸ ਦੇ, ਹੈ ਨਾ. ਐਂਟੀਲੋਪਸ ਦੇ ਹੌਰਨਸ ਹੁੰਦੇ ਹਨ, ਦੇ ਆ ਪਰਮਾਨੈਂਟ, ਠੀਕ ਹੈ. ਜਿਹੜਾ ਸਾਡਾ ਬਲੈਕ ਬਕ ਹੈ, ਉਹਦੇ ਹੌਰਨਸ ਐਵੇਂ ਵੀ ਸ਼ੇਪਡ ਹੁੰਦੇ ਹਨ, ਦੇ ਆ ਪਰਮਾਨੈਂਟ. ਸੋ ਡੀਅਰ ਵੀ ਮਿਲਦੇ ਨੇ, ਐਂਟੀਲੋਪਸ ਵੀ ਮਿਲਦੇ ਨੇ ਪੰਜਾਬ ਵਿੱਚ. ਖੈਰ ਬੀੜ ਮੋਤੀ ਬਾਗ ਹੈਜ਼ ਅ ਡੀਅਰ ਪਾਰਕ ਆਲਸੋ. ਦੈਨ ਬੀਰ ਐਸ਼ਵਾਨ, ਜਿਵੇਂ ਮੈਂ ਤੁਹਾਨੂੰ ਦੱਸਿਆ, ਇਹ 6 ਪਟਿਆਲਾ ਡਿਸਟ੍ਰਿਕਟਸ ਵਿੱਚ ਨੇ. ਐਸ਼ਵਾਨ ਇਜ਼ ਇਨ ਸੰਗਰੂਰ ਡਿਸਟ੍ਰਿਕਟ, ਠੀਕ ਹੈ. ਸੋ ਦਿਸ ਇਜ਼ ਰਿਗਾਰਡਿੰਗ ਦ ਵਾਈਲਡ ਲਾਈਫ ਸੈਂਚੁਰੀਜ਼. ਆਈ ਹੋਪ ਯੂ ਹੈਵ ਕਵਰਡ 13 ਵਾਈਲਡ ਲਾਈਫ ਸੈਂਚੁਰੀਜ਼. ਰਿਵਾਈਜ਼ ਕਰਵਾਉਣਾ ਹੀ ਤੁਹਾਡੇ ਲਈ ਇਹ ਆਈਡੀਆ ਸੀਗਾ, ਐਂਡ ਆਈ ਹੋਪ ਕਿ ਤੁਹਾਨੂੰ ਹੈਲਪ ਹੋਈ ਇਸ ਵੀਡੀਓ ਦੇ ਰਾਹੀਂ. ਜੇ ਹੋਈ ਹੈ ਤਾਂ ਪਲੀਜ਼ ਕਮੈਂਟਸ ਵਿੱਚ ਪ੍ਰੀਲਿਮਸ ਜ਼ਰੂਰ ਲਿਖਣਾ, ਰਾਈਟ. ਪਲੀਜ਼ ਲਿਖਣਾ, ਮੈਨੂੰ ਥੋੜਾ ਮੋਟੀਵੇਸ਼ਨ ਮਿਲੇਗਾ. ਮੈਂ ਪੂਰੀ ਪੰਜਾਬ এনवायरमेंट ਤੁਹਾਨੂੰ ਕਵਰ ਕਰਵਾ ਦਾਂਗੀ. ਪ੍ਰੀਲਿਮਸ ਲਿਖਣਾ. ਆਲਸੋ ਲਾਈਕ ਆਈ ਸੈਡ, ਜੇ ਤੁਸੀਂ ਰੈਪਿਡ ਰਿਵੀਜ਼ਨ ਕੋਰਸ ਨਹੀਂ ਜੁਆਇਨ ਕਰਨਾ ਚਾਹੁੰਦੇ ਜਾਂ ਰਿਵੀਜ਼ਨ ਨਹੀਂ ਕਰਨਾ ਚਾਹੁੰਦੇ, ਆਪਣੇ ਆਪ ਤੋਂ ਕਰਨਾ ਚਾਹੁੰਦੇ ਹੋ, ਨਥਿੰਗ ਲਾਈਕ ਇਟ ਆਬਵੀਅਸਲੀ, ਬਟ ਟੈਸਟ ਜ਼ਰੂਰ ਕਰਨਾ ਐਂਡ ਮੈਕਸਿਮਮ ਟੈਸਟ ਸੋਲਵ ਕਰੋ, ਕਿਉਂਕਿ ਤੁਹਾਡੀ ਜਿਹੜੀ ਰਿਟੈਂਸ਼ਨ ਹੈ, ਐਪਲੀਕੇਸ਼ਨ ਆਫ ਨੌਲੇਜ ਹੈ, ਜੋ ਤੁਸੀਂ ਪੜ੍ਹਿਆ ਹੈ, ਹੋਰ ਪੜ੍ਹਨ ਦੀ ਲੋੜ ਤਾਂ ਨਹੀਂ. ਯੂ ਨੋ, all of these things you will get to know once you do the test series. So make the most of the test series. We have a course of 22 test. 12 GS ਦੇ ਨੇ ਤੇ 10 CSAT ਦੇ ਨੇ at 2000 rupees. ਉਹ ਵੀ ਤੁਸੀਂ ਜੇ ਕਾਲ ਕਰੋਗੇ 1800890303 ਤੇ ਤੁਹਾਨੂੰ ਹੋਰ ਡਿਸਕਾਊਂਟ ਮਿਲ ਜਾਣਗੇ.
right? So that was all from my end. Thank you so much and all the best.